ਗੁੱਡਸ ਨੂੰ ਸੇਲ ਕਰਨਾ ਹੈ। ਫਿਰ ਨੈਕਸਟ ਕੀ ਆਪਣਾ ਆਕਸ਼ਨਰੀਜ਼। ਆਕਸ਼ਨਰੀਜ਼ ਕੀ ਹੁੰਦੇ, ਦੇਰ ਆਰ ਸਮ ਕਲਾਸ ਆਫ ਪ੍ਰੋਡਕਟ ਵੇਅਰ ਸੇਲ ਆਫ ਆਕਸ਼ਨ ਟੇਕ ਪਲੇਸ। ਆਪਾਂ ਆਕਸ਼ਨ ਦੇ ਥਰੂ ਨੂੰ ਆਪਾਂ ਪ੍ਰੋਡਕਟ ਨੂੰ ਸੇਲ ਆਊਟ ਕਰਦੇ ਹਾਂ, ਜਿਵੇਂ ਜਿਲਰੀ, ਤੰਬਾਕੂ, ਟੀ, ਆਟੋਮੋਬਾਈਲ, ਆਰਟ ਪੀਸਿਸ, ਲੈਂਡ, ਬਿਲਡਿੰਗਸ ਆਰ ਮੋਰ ਕਾਮਨਲੀ ਸੋਲਡ ਔਨ ਆਕਸ਼ਨ। ਆਕਸ਼ਨ ਮਤਲਬ ਇੱਕ ਜਿਲਰੀ ਹੈ, ਜਿਲਰੀ ਤੁਸੀਂ ਡਿਸਪਲੇ ਕਰਤੀ, ਬੋਲੀ ਸਿਸਟਮ ਕਹਿ ਦਿੰਦੇ ਆ ਆਕਸ਼ਨ ਨੂੰ। ਡਿਸਪਲੇ ਦੇ ਵਿੱਚ ਹੈ, ਜਿੰਨੀ ਜਿੰਨੀ ਤੁਸੀਂ ਹਾਈ ਰੇਟ ਰੱਖੋਗੇ ਉਹਨਾਂ ਤੁਹਾਡਾ ਗੁੱਡਸ ਨੂੰ ਆਪਾਂ ਦੇ ਦਿੰਦੇ ਆ ਕਸਟਮਰਸ ਨੂੰ। ਆਕਸ਼ਨਰ ਇਜ਼ ਅ ਲੀਗਲ ਏਜੰਟਸ ਆਫ ਦ ਸੇਲਰ ਟਿਲ ਦ ਗੁੱਡਸ ਆਰ ਨੌਕ ਡਾਊਨ ਐਟ ਦ ਹਾਈਐਸਟ ਬਿਡਰ। ਜੋ ਵੀ ਹਾਈਐਸਟ ਹੋਊਗਾ, ਜਿਵੇਂ ਅਗਰ ਸਪੋਜ਼ ਇੱਕ ਜਿਊਲਰੀ ਦੀ ਕੋਸਟ 20,000 ਹੈ, ਠੀਕ ਹੈ, ਤਾਂ ਕਿਸੇ ਨੇ 19 ਕਿਹਾ, 18 ਕਿਹਾ, ਜਦ ਤੱਕ ਉਹ 20-25 ਤੱਕ ਨਹੀਂ ਪਹੁੰਚਦੀ ਉਹਨੇ ਤੱਕ ਇਹ ਗੁੱਡਸ ਨੂੰ ਸੇਲ ਆਊਟ ਨਹੀਂ ਕਰਦੇ। ਨੈਕਸਟ ਹੈ ਸੇਲਿੰਗ ਏਜੰਟਸ। ਸੇਲਿੰਗ ਏਜੰਟਸ ਕੀ ਹੁੰਦੇ, ਸੇਲਿੰਗ ਏਜੰਟਸ ਆਰ ਦ ਇੰਟਰਮੀਡੀਏਟਰੀਜ਼ ਹੂ ਆਰ ਗਿਵਨ ਦ ਐਕਸਕਲੂਸਿਵ ਫਰੈਂਚਾਈਜ਼ੀ ਓਨਲੀ ਫॉर अ लिमिटेड मार्केट segment. He performed the functions of an independent middleman, taking over all the selling activity of a producer. ਸਾਰੀ ਐਕਟੀਵਿਟੀ परफॉर्म करते हैं जो एक प्रोड्यूसर की एक्टिविटी होंगी है। ही नैगोशिएट सेल्स ऑफ मर्चेंडाइज प्रोड्यूस्ड बाय हिज प्रिंसीपल एंड हैज़ फुल अथॉरिटी एंड कंट्रोल ओवर प्राइसिस एंड द टर्म ऑफ कंडीशंस ऑफ द सेल। सारी अथॉरिटी होंगी है, कंट्रोल होंगे प्राइसिस के उत्ते, जो भी कंडीशंस होंगी है, लाइक आप फैक्टर्स के पढ़िया भी सेलिंग एजेंट्स भी सेम होंगे। फॉरवर्डिंग एंड क्लीयरिंग एजेंट्स। फॉरवर्डिंग एंड क्लीयरिंग एजेंट्स आर द मिडलमैन इंप्लॉयड टू कलैक्ट, डिलीवर एंड अदरवाइज फॉरवर्ड गुड ऑन बिहाफ ऑफ अदर्स। मतलब की होंगे गुड्स नू इकट्ठा करते हैं, डिलीवर करते हैं, नहीं अदरवाइज की कर देंगे ने, फॉरवर्ड कर देंगे ने गुड्स नू। Most of the manufacturing houses with gradual expansion and growth of their business find it necessary and economical to employ the agent middleman to relieve them from the tedious task of collection, delivery and forwarding the goods for their destination। मतलब मैਨੂਫੈਕਚਰਰਸ ਨੂੰ ਇੰਪੋਰਟੈਂਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਮਿਡਲਮੈਨ ਨੂੰ ਕੰਸੀਡਰ ਕਰਨਾ, ਕਿਉਂਕਿ ਉਹ ਇੱਕ ਕਲੈਕਸ਼ਨ, ਡਿਲੀਵਰੀ, ਫਾਰਵਰਡਿੰਗ ਇਹ ਚੀਜ਼ਾਂ ਨਹੀਂ ਕਰ ਸਕਦੇ। ਇਹ ਚੀਜ਼ਾਂ ਕੌਣ ਪਰਫਾਰਮ ਕਰ ਸਕਦਾ? ਇੱਕ ਏਜੰਟ, ਇੱਕ ਮਿਡਲਮੈਨ ਪਰਫਾਰਮ ਕਰ ਸਕਦਾ। ਠੀਕ ਹੈ। ਐਲੀਮੀਨੇਸ਼ਨ ਆਫ ਮਿਡਲਮੈਨ। There have been misgivings against the middleman is general and the wholesaler in particular. F.E. Clark in his book Principle of Marketing says, there have been always those who believe that a large number of middlemen between producer and consumer causes an increasing marketing cost। ਇਹ ਆਪਣੇ ਵਿੱਚ ਵੀ, ਆਪਣੇ ਦਿਮਾਗ ਦੇ ਵਿੱਚ ਵੀ ਹੁੰਦਾ ਕਿ ਜਿੰਨੇ ਮਿਡਲਮੈਨ ਆਪਾਂ ਕੰਸੀਡਰ ਕਰਾਂਗੇ ਉਨਾ ਹੀ ਉਹ ਆਪਣਾ ਇੱਕ ਪ੍ਰੋਫਿਟ ਸ਼ੇਅਰਿੰਗ ਕੰਸੈਪਟ ਰੱਖਣਗੇ। ਤਾਂ ਕੀ ਕਰਨਗੇ ਇਹ, ਜਿੰਨੇ ਆਪਣੇ ਜ਼ਿਆਦਾ ਤੋਂ ਜ਼ਿਆਦਾ ਮਿਡਲਮੈਨ ਹੋਣਗੇ ਬਿਟਵੀਨ ਪ੍ਰੋਡਿਊਸਰ ਐਂਡ ਦ ਕੰਜ਼ਿਊਮਰਸ, ਤੱਕ ਤਾਂ ਆਪਣੀ ਮਾਰਕੀਟਿੰਗ ਕੋਸਟ ਕੀ ਹੋ ਜਾਂਦੀ ਹੈ, ਪ੍ਰੋਡਕਟ ਦੀ ਹਾਈ ਹੋ ਜਾਂਦੀ ਹੈ। ਮਚ ਆਫ ਦ argument for eliminating middlemen arises from the false notion that fewer the distribution agencies that handle a product, the more quickly, efficiently and cheaply it can be delivered to the customers। मतलब एक नोशन है, एक मिथ है कि जिन्ने घट होणगे उन्ना ਆਪਾਂ ਪ੍ਰੋਡਕਟ ਨੂੰ क्विकली ਤੇ ਐਫੀਸ਼ੀਐਂਟਲੀ ਤੇ ਚੀਪਰ ਰੇਟ ਦੇ ਵਿੱਚ ਕੰਜ਼ਿਊਮਰ ਨੂੰ ਕੀ ਕਰ ਸਕਦੇ ਹਾਂ, ਆਪਾਂ ਸੇਲ ਆਊਟ ਕਰ ਸਕਦੇ ਹਾਂ। ਦ ਟ੍ਰੈਂਡ ਟੂਵਰਡ ਡਾਇਰੈਕਟ ਮਾਰਕੀਟਿੰਗ ਆਫ ਮਰਚੈਂਡਾਈਜ਼ ਫਰੋਮ ਦ ਮੈਨੂਫੈਕਚਰਰ ਟੂ ਦ ਕੰਜ਼ਿਊਮਰ ਇਜ਼ ਨੋ ਡਾਊਟ ਡਿਵੈਲਪਿੰਗ ਇਨ ਰੀਸੈਂਟ ਟਾਈਮਸ। ਹੁਣ ਇਹ ਮਤਲਬ ਮੈਨੂਫੈਕਚਰਰਸ ਦੇ ਵਿੱਚ ਮਰਚੈਂਡਾਈਜ਼ ਆਪਣੇ ਰੀਸੈਂਟ ਟਾਈਮਸ ਦੇ ਵਿੱਚ ਡਿਵੈਲਪ ਹੋਈ ਹੈ ਇਹ ਚੀਜ਼, ਬਟ ਈਵਨ ਦੈਨ ਦ ਫੰਕਸ਼ਨ ਆਫ ਦ ਹੋਲਸੇਲਰ ਰਿਮੇਨਸ। ਬਟ ਅਗਰ ਇਹਨਾਂ ਦਾ ਡਾਇਰੈਕਟ ਕੰਟੈਕਟ ਮੈਨੂਫੈਕਚਰ ਤੋਂ ਕੰਜ਼ਿਊਮਰ ਦਾ ਰੀਸੈਂਟ ਟਾਈਪ ਦੇ ਵਿੱਚ ਹੀ ਡਿਵੈਲਪ ਹੋਇਆ, ਬਟ ਹੋਲਸੇਲਰ ਦਾ ਕੰਟੈਕਟ ਹਮੇਸ਼ਾ ਰਹਿੰਦਾ ਹੀ ਰਹਿੰਦਾ। ਇਟ ਵੁੱਡ ਬੀ ਜਸਟ ਟੂ ਮਚ ਟੂ ਸੇ ਦੈਟ ਦ ਹੋਲਸੇਲਰ ਡਜ਼ ਨਾਟ ਰੈਂਡਰ ਐਨੀ ਯੂਜ਼ਫੁਲ ਸਰਵਿਸ ਟੂ ਦ ਸੋਸਾਇਟੀ ਬਿਕੋਜ਼ ਇਨ ਹਿਜ਼ ਐਬਸੈਂਸ ਇਟ ਮੇ ਬਿਕਮ ਇੰਪੋਸੀਬਲ ਫॉर द ਅਲਟੀਮੇਟ ਕੰਜ਼ਿਊਮਰ ਟੂ obtain ਸਪਲਾਈਜ਼ ਆਫ ਸਚ ਡਿਵਰਸ ਕੁਆਂਟਿਟੀ ਐਂਡ ਵੈਰਾਈਟੀ। ਅਗਰ ਇਹ ਚੀਜ਼ ਨਹੀਂ ਹੋਣਗੀ ਤਾਂ ਕੰਜ਼ਿਊਮਰਸ ਨੂੰ ਡਿਵਰਸ ਕੁਆਂਟਿਟੀ ਦੇ ਵਿੱਚ ਡਿਵਰਸ ਸਰਵਿਸ ਨਹੀਂ ਮਿਲਣਗੀ ਅਗਰ ਹੋਲਸੇਲਰਸ ਵੀ ਇਹਦੇ ਵਿੱਚੋਂ ਚਲੇ ਗਏ। ਆਰਗੂਮੈਂਟਸ ਇਨ ਫੇਵਰਸ ਆਫ ਐਲੀਮੀਨੇਸ਼ਨ ਆਫ ਹੋਲਸੇਲਰਸ। ਕੀ ਆਰਗੂਮੈਂਟਸ ਹੋਏ ਕਿ ਹੋਲਸੇਲਰਸ ਨੂੰ ਐਲੀਮੀਨੇਟ ਕਰੋ, ਠੀਕ ਹੈ। ਆਰਗੂਮੈਂਟਸ ਹੋਏ ਅਗੇਂਸਟ ਐਲੀਮੀਨੇਸ਼ਨ ਆਫ ਹੋਲਸੇਲਰਸ ਕਿ ਹੋਲਸੇਲਰਸ ਦੀ ਐਲੀਮੀਨੇਸ਼ਨ ਨਹੀਂ ਹੋਣੀ ਚਾਹੀਦੀ। ਕਨਕਲੂਜਨ, ਫਿਊਚਰ ਆਫ ਹੋਲਸੇਲਰਸ, ਠੀਕ ਹੈ। ਦੇਖੋ ਇਹਦੇ ਵਿੱਚ ਕੀ ਹੈ, ਦੇਖੋ ਇਹ ਆਰਗੂਮੈਂਟਸ ਦੱਸੇ ਹੋਏ ਹੈ ਕਿ ਆਪਾਂ ਨੂੰ ਹੋਲਸੇਲਰ ਨੂੰ ਕਿਉਂ ਐਲੀਮੀਨੇਟ ਕਰਨਾ ਚਾਹੀਦਾ। ਹੁਣ ਹੋਲਸੇਲਰ ਇੱਕ ਮਿਡਲਮੈਨ ਏਜੰਟ ਹੁੰਦਾ ਬਿਟਵੀਨ ਦ ਮੈਨੂਫੈਕਚਰਰ ਐਂਡ ਦ ਰਿਟੇਲਰਸ। ਫਿਰ ਆਪਣੀ ਕੋਸਟ ਮਾਰਕੀਟਿੰਗ ਜ਼ਿਆਦਾ ਹੁੰਦੀ ਹੈ, ਪੈਸਾ ਜ਼ਿਆਦਾ ਆਪਾਂ ਨੂੰ ਪੇ ਕਰਨਾ ਪਏਗਾ। ਅਗਰ ਆਪਾਂ ਹੋਲਸੇਲਰਸ ਨੂੰ ਵਿੱਚੋਂ ਡਿਲੀਟ ਕਰ ਦਾਂਗੇ ਤਾਂ ਕੀ ਬੈਨੀਫਿਟ ਮਿਲੇਗਾ ਕਿ ਆਪਾਂ ਨੂੰ ਜਿਹੜੇ
ਕੰਜ਼ਿਊਮਰਸ ਹੁੰਦੇ ਨੇ ਉਹਨਾਂ ਨੂੰ ਘੱਟ ਰੇਟ ਦੇ ਵਿੱਚ ਸਮਾਨ ਮਿਲ ਸਕਦਾ ਹੈ। ਹੋਲਸੇਲਰਸ ਆਬਸਟੈਕਲਸ ਕ੍ਰੀਏਟ ਕਰਦੇ ਨੇ ਬਿਟਵੀਨ ਦ ਪ੍ਰੋਡਿਊਸਰਸ ਐਂਡ ਦ ਕੰਜ਼ਿਊਮਰਸ ਦੇ ਵਿੱਚ। ਠੀਕ ਹੈ, ਥਰਡ ਪੁਆਇੰਟ ਕੀ ਹੈ, ਹੋਲਸੇਲਰ ਇੱਕ ਸੋਲ ਡਿਸਟਰੀਬਿਊਟਰ ਹੋ ਜਾਂਦੇ ਨੇ। ਰਿਟੇਲਰਸ ਨੂੰ ਵੀ ਉਹਨਾਂ ਨੇ ਹੀ ਦੇਣਾ ਗੁੱਡਸ ਨੂੰ, ਕੰਜ਼ਿਊਮਰਸ ਨੂੰ ਵੀ ਉਹਨਾਂ ਨੇ ਗੁੱਡਸ ਨੂੰ ਦੇਣਾ ਤੇ ਇੱਕ ਮੋਨੋਪੋਲਿਸਟਿਕ ਮਾਰਕੀਟਿੰਗ ਬਣ ਜਾਂਦੀ ਹੈ। ਮੋਨੋਪੋਲਿਸਟਿਕ ਮਾਰਕੀਟਿੰਗ ਦਾ ਮਤਲਬ ਕੀ ਹੈ, ਇਕੱਲਿਆਂ ਦਾ ਹੀ ਇੱਕ ਪੋਜੀਸ਼ਨ ਇੰਜੋਏ ਕਰਦੇ ਨੇ ਉਹ ਮਾਰਕੀਟ ਦੇ ਵਿੱਚ ਕਿ ਹਾਂ ਜਿਵੇਂ ਹੁਣ ਮੇਰੀ ਹੈ, ਅਗਰ ਮੇਰੀ ਹੋਲਸੇਲਰ ਦੀ ਮਾਰਕੀਟ ਹੈ, ਹੋਲਸੇਲਰ ਦੀ ਸ਼ਾਪ ਹੈ ਮੇਰੀ, ਤਾਂ ਮੈਂ ਆਪਣੇ ਏਰੀਆ ਦੇ ਵਿੱਚ ਇੱਕ ਮੋਨੋਪੋਲਿਸਟਿਕ ਪੋਜੀਸ਼ਨ ਦੇ ਵਿੱਚ ਹੋਊਂਗੀ ਕਿ ਮੇਰੇ ਤੋਂ ਹੀ ਸਾਰੇ ਗੁੱਡਸ ਪਰਚੇਜ਼ ਹੋਣਗੇ, ਮੇਰੇ ਤੋਂ ਹੀ ਗੁੱਡਸ ਸਾਰੇ ਕੀ ਹੋਣਗੇ, ਕੰਜ਼ਿਊਮਰ ਕੋਲ ਜਾਣਗੇ, ਮੇਰੇ ਤੋਂ ਹੀ ਸਾਰੇ ਗੁੱਡਸ ਰਿਟੇਲਰ ਕੋਲ ਜਾਣਗੇ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੁੰਦਾ ਹੈ, fourth point ਕੀ ਹੈ, ਸਮਟਾਈਮਸ wholesalers sell goods at unreasonable prices by making mal adjustment between the factor of demand and supply with the view to earn more profits। ਕਈ ਵਾਰ ਕੀ ਹੁੰਦਾ, ਉਹ ਆਪਣੇ ਅਕੋਰਡਿੰਗ ਪ੍ਰਾਈਸਿਸ ਨੂੰ ਐਡਜਸਟ ਕਰ ਲੈਂਦੇ ਨੇ ਤੇ ਉਹਨਾਂ ਨੂੰ ਪ੍ਰੋਫਿਟ ਨੂੰ ਇਨਕਰੀਜ਼ ਕਰਨ ਲਈ ਤੇ ਉਹ ਜ਼ਿਆਦਾ ਪ੍ਰਾਈਸ ਦਿੰਦੇ ਨੇ, ਜ਼ਿਆਦਾ ਪ੍ਰਾਈਸ ਤੇ ਗੁੱਡਸ ਦਿੰਦੇ ਨੇ। Some wholesalers give partial treatment to some retailers. Thus, if such wholesalers are eliminated, all the retailer will be treated similarly। ਕਈ ਵਾਰ ਪਾਰਸ਼ੈਲਿਟੀ ਹੋ ਜਾਂਦੀ ਹੈ, ਬਾਇਸਡ, ਉਹ ਰਿਟੇਲਰਸ ਨੂੰ ਘੱਟ ਤੇ ਦੇਤਾ, ਜ਼ਿਆਦਾ ਸਮਾਨ ਦੇਤਾ, ਤਾਂ ਅਗਰ ਇਹ ਐਲੀਮੀਨੇਟ ਹੋ ਜਾਣਗੇ ਤਾਂ ਸਾਰੇ ਰਿਟੇਲਰਸ ਇਕੁਅਲੀ ਤਰੀਕੇ ਨਾਲ ਟਰੀਟ ਹੋਣਗੇ। Most of the wholesalers are transfer agents and most of their services are superfluous in nature। If they are eliminated, goods can be directly supplied from the manufacturer to the ਵह ਗਲਤ ਵੀ ਹੁੰਦੇ ਨੇ, ਅਗਰ ਇਹ ਚੀਜ਼ ਐਲੀਮੀਨੇਟ ਹੋ ਜਾਣਗੀ ਤਾਂ ਮੈਨੂਫੈਕਚਰਰ ਟੂ ਕੰਜ਼ਿਊਮਰ ਕੋਲ ਡਾਇਰੈਕਟ ਗੁੱਡਸ ਆ ਜਾਣਗੇ। Wholesaler maintain their existence at the cost of consumers and they are nothing but parasites thriving at the expenses of consumers who pay more for the purchases just to feed these middlemen। ਕੰਜ਼ਿਊਮਰ ਜ਼ਿਆਦਾ ਕੰਜ਼ਿਊਮਰ ਨੂੰ ਜ਼ਿਆਦਾ ਐਕਸਪੈਂਸਿਸ ਪ੍ਰੋਵਾਈਡ ਕਰਨੇ ਪੈਂਦੇ ਨੇ ਕਿਉਂਕਿ ਉਹ ਐਜ਼ ਅ ਮਿਡਲਮੈਨ ਕ੍ਰੀਏਟ ਹੁੰਦੇ ਨੇ, ਤਾਂ ਉਹਨਾਂ ਨੂੰ ਜ਼ਿਆਦਾ ਪੈਸਾ ਦੇਣਾ ਪੈਂਦਾ ਹੈ। ਲਾਰਜ ਐਂਡ ਐਸਟੈਬਲਿਸ਼ਡ ਰਿਟੇਲਰਸ ਕੈਨ ਅਫੋਰਡ ਟੂ ਬਾਈ ਦੇਅਰ ਸਪਲਾਈਜ਼ ਇਨ ਬਲਕ ਫਰੋਮ ਦ ਪ੍ਰੋਡਿਊਸਰ ਡਾਇਰੈਕਟਲੀ ਰਾਦਰ ਦੈਨ ਅਪਰੋਚਿੰਗ ਦ ਹੋਲਸੇਲਰਸ। ਜਿਹੜੇ ਲਾਰਜ ਰਿਟੇਲਰਸ ਹੁੰਦੇ ਨੇ ਉਹ ਡਾਇਰੈਕਟਲੀ ਪ੍ਰੋਡਿਊਸਰਸ ਕੋਲ ਜਾਣਗੇ, ਬਲਕ ਦੇ ਵਿੱਚ ਲੈਣਗੇ, ਕਿਉਂ ਉਹ ਹੋਲਸੇਲਰਸ ਨੂੰ ਕਨੈਕਟ ਕਰਨਗੇ। ਤਾਂ ਹੋਲਸੇਲਰ ਡੂ ਨਾਟ ਐਕਚੁਅਲੀ ਬੇਅਰ ਦ ਟ੍ਰੇਡ ਰਿਸਕ ਵੈਨ ਪ੍ਰੋਡਕਸ਼ਨ ਇਜ਼ ਅਫੈਕਟਿੰਗ ਬਾਈ ਸਟ੍ਰਾਈਕਸ, ਲੇਬਰ ਟ੍ਰਿਬਲਸ, ਪਾਵਰ ਕੱਟਸ, ਇਟ ਇਜ਼ ਦ ਕੰਜ਼ਿਊਮਰਸ ਹੂ ਸਫਰਸ। ਜਦ ਇਹ ਚੀਜ਼ਾਂ ਹੋ ਜਾਂਦੀਆਂ ਤਾਂ ਕੰਜ਼ਿਊਮਰ ਸਫਰ ਕਰਦੇ, ਨਾ ਕਿ ਹੋਲਸੇਲਰ। ਤਾਂ ਹੋਰ ਆਰਗੂਮੈਂਟ ਕੀ ਹੋਏ ਕਿ ਹੋਲਸੇਲਰ ਨੂੰ ਤੁਸੀਂ ਐਲੀਮੀਨੇਟ ਨਹੀਂ ਕਰਨਾ। ਦ ਸਰਵਿਸਿਜ਼ ਐਂਡ ਫੰਕਸ਼ਨ ਆਫ ਫਸਟ ਪੁਆਇੰਟ ਦੇਖੋ, ਇਹਦੇ ਵਿੱਚ ਕੀ ਹੁੰਦਾ ਕਿ ਇਹ ਹੈਲਪ ਕਰਦੇ ਨੇ ਮੈਨੂਫੈਕਚਰਰ ਨੂੰ ਬਹੁਤ ਕੰਮ ਹੁੰਦੇ ਨੇ ਜਿਹੜੀ ਉਹਨਾਂ ਨੇ ਰਿਸਪੋਂਸੀਬਿਲਿਟੀਜ਼ ਨੂੰ ਪਰਫੋਰਮ ਕਰਨਾ ਹੁੰਦਾ ਅਤੇ ਇੱਕ ਅਲਟੀਮੇਟ ਕੰਜ਼ਿਊਮਰਸ ਨੂੰ ਮੈਨੂਫੈਕਚਰ ਪ੍ਰੋਵਾਈਡ ਕਰਨਾ ਬਹੁਤ ਔਖਾ ਹੋ ਜਾਂਦਾ ਅਤੇ ਸਮੂਥ ਫਲੋ ਕਰਦੇ ਨੇ ਗੁੱਡਸ ਦਾ। ਸੈਕਿੰਡ ਕੀ ਹੈ, ਇੱਕ ਥਿਊਰੀ ਅਤੇ ਪ੍ਰੈਕਟਿਸ ਹੈ ਕਾਮਰਸ। ਤਾਂ ਹੋਲਸੇਲਰ ਕੀ ਕਰਦੇ ਨੇ, ਇਨੈਮਰੇਬਲ ਡਿਊਟੀਜ਼ ਤੋਂ ਫਰੀ ਕਰ ਦਿੰਦੇ ਨੇ ਮੈਨੂਫੈਕਚਰਰਸ ਨੂੰ, ਕਿਉਂਕਿ ਐਕਸਪੈਂਸਿਵ ਹੋ ਜਾਂਦੀ ਹੈ ਮੈਨੂਫੈਕਚਰਰ ਲਈ ਇੰਨਾ ਮਾਰਕੀਟਿੰਗ ਕਰਨਾ। ਤਾਂ ਇਹ ਕੀ ਕਰਦੇ, ਸਾਰੇ ਫੰਕਸ਼ਨਸ ਕੌਣ ਪ੍ਰੋਵਾਈਡ ਕਰਦਾ, ਹੋਲਸੇਲਰ ਕੀ ਪ੍ਰੋਵਾਈਡ ਕਰਦੇ ਨੇ, ਟੇਸਟ, ਫੈਸ਼ਨ, ਡਿਮਾਂਡ ਕੀ ਹੈ ਮੈਨੂਫੈਕਚਰਰ ਨੂੰ ਦੱਸਦੇ ਨੇ ਤਾਂ ਕਿ ਉਹ ਜ਼ਿਆਦਾ ਕਮਾ ਸਕਣ। ਫਿਰ ਕੀ ਹੈ, ਹੋਲਸੇਲਰਸ ਕੀ ਹੈ, ਹੋਲਸੇਲਰ ਬੈਟਰ ਮਤਲਬ ਨੌਲੇਜ ਰੱਖਦੇ ਨੇ ਕਿਉਂਕਿ ਇਹ ਘੱਟ ਪ੍ਰੋਡਕਟ ਦੀ ਲਾਈਨ ਦੇ ਵਿੱਚ ਡੀਲ ਕਰਦੇ ਨੇ, ਰਿਟੇਲਰਸ ਕਾਫੀ ਪ੍ਰੋਡਕਟ ਦੀ ਲਾਈਨ ਦੇ ਵਿੱਚ ਡੀਲ ਕਰਦੇ ਨੇ। ਇਹ ਰਿਟੇਲਰਸ ਨੂੰ ਵੀ ਹੈਲਪ ਪ੍ਰੋਵਾਈਡ ਕਰਦੇ ਨੇ ਕਿ ਰਿਟੇਲਰਸ ਨੂੰ ਗੁੱਡਸ ਕ੍ਰੈਡਿਟ 'ਤੇ ਦੇਣ ਦੀ ਹੈਲਪ ਪ੍ਰੋਵਾਈਡ ਕਰਦੇ ਨੇ। ਪ੍ਰਾਈਸ ਸਟੈਬਿਲਾਈਜੇਸ਼ਨ ਕਰਦੇ ਨੇ, ਦਸ ਦੇਅਰ ਐਗਜ਼ਿਸਟੈਂਸ ਇਜ਼ ਵੈਰੀ ਅਸੈਂਸ਼ੀਅਲ ਫॉर ਬੋਥ ਰਿਟੇਲਰਸ ਐਂਡ ਦ ਅਲਟੀਮੇਟ ਕੰਜ਼ਿਊਮਰਸ। ਕਨਕਲੂਜਨ ਕੀ ਨਿਕਲਿਆ, ਇਹ ਇੰਨਾ ਇੰਪੋਰਟੈਂਟ ਨਹੀਂ ਹੈ ਵੈਸੇ ਕਿ ਇਹਦੇ ਵਿੱਚ ਇਹੀ ਲਿਖਿਆ ਹੋਇਆ ਕਿ ਹੋਲਸੇਲਰਸ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਇਹ ਲੌਂਗ ਟਰਮ ਲਈ ਹੁੰਦੇ ਨੇ ਹੋਲਸੇਲਰਸ, ਮੈਨੂਫੈਕਚਰਰਸ ਨੂੰ ਵੀ, ਰਿਟੇਲਰਸ ਨੂੰ ਵੀ, ਕੰਜ਼ਿਊਮਰਸ ਲਈ ਵੀ ਇਹ ਬੈਨੀਫੀਸ਼ੀਅਲ ਹੁੰਦੇ ਨੇ ਤਾਂ ਕਿ ਇਹ ਆਪਾਂ ਨੂੰ ਰੱਖਣਾ ਇੰਪੋਰਟੈਂਟ ਹੈ ਇਹਨਾਂ ਚੀਜ਼ਾਂ ਨੂੰ। ਫੈਕਟਰਸ ਕੀ ਹੈ, ਗਵਰਨਿੰਗ, ਇਹ ਇੰਪੋਰਟੈਂਟ ਹੈ। ਚੈਨਲਸ ਆਫ ਡਿਸਟਰੀਬਿਊਸ਼ਨ, in a competitive situation the channel commander, the producer or manufacturer has a choice of alternative marketing channel। The channel commander in exercising his choice evaluates trade-off among the channels by considering the various factors। These factors can be classified as to be product factor, market factor, institutional factor, environmental factor। product factor ਕਿਹੜੇ ਹੁੰਦੇ ਨੇ, physical nature, technical nature, the length of a product line and the market position। ਫਸਟ ਕਿਹੜੇ ਆ ਗਏ, ਪ੍ਰੋਡਕਟ ਫੈਕਟਰਸ, ਫਿਜ਼ੀਕਲ ਨੇਚਰ। ਇਹ ਲਾਸਟ ਟੌਪਿਕ ਰਹਿ ਗਿਆ, ਇਹ ਮੈਂ ਨੈਕਸਟ ਚੈਪਟਰ ਜਦੋਂ ਮੈਂ ਕੱਲ੍ਹ ਸਟਾਰਟ ਕਰਵਾਉਂਗੀ ਤਾਂ ਮੈਂ ਨੈਕਸਟ ਇੰਨਾ ਕੀ ਰਹਿ ਗਿਆ 1-2 ਪੇਜਿਸ ਦਾ, ਇਹ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਕਰ ਦਾਂਗੇ। ਥੈਂਕ ਯੂ।